मेरी पेश कोई ना जावे की करा अंबानी आका जी हो नित चिंता वड वड खावे की करा अंबानी आका जी राती सुत्या नींद नहीं आउंदी राती सुत्या नींद नहीं आउंदी हर दम चिंता रहे सताउंदी हर दम चिंता रहे सताउंदी ओ सोचिया कीते की हो गया सोचिया कीते की हो गया समझ कोई ना आवे की करा अंबानी आका जी वर्ग दे इत्थे लोग तुहानूं मिलदे ने चाहे हिंदू आ मुसलमान आ सिख ईसाई आ चाहे कोई डॉक्टर इंजीनियर वकील आ सारे तरह दे लोग इस प्रोटेस्ट का हिस्सा ने सो ये आवाम की जिहड़ी आवाज़ बन चुक्या है अंदोलन कल्ला एक बंदे दे एक वर्ग की गल नहीं रह गई। दर्शकों तुसी देख रहे हो टॉप टीवी कैनेडा ते मैं हाँ तुहाडी अपनी हरजीत कौर लगातार किसानी अंदोलन नाल जुड़ियां खबरां तुहाडे तक पहुँचा रहे हैं। साडे नाल इत्थे जैनी जोहल जी भी मौजूद ने। सब तो पहला तुहानूं दस दईए कि जोगा सिंह जोगी जिहड़े कविशरी सीगे उन्हां दा बहुत ज़्यादा नाम सुना सी। 1984 दे विच भी उन्हां दी कविशरियां जिहड़ियां हक सच दी आवाज़ लई गाईआं जांदियां सी ते असीं दस दईए कि इह उन्हां दे दोतरी जी ने जिहड़े साडे नाल मौजूद है जोनी जोहल जी असीं इन्हां दा स्वागत करदे टॉप टीवी कैनेडा। थैंक यू जी थैंक यू सो मच। ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਇਸ ਮੋਰਚੇ ਨੂੰ ਕਿਸ ਤਰ੍ਹਾਂ ਦੇਖਦੇ ਜਿਹੜਾ ਕਿ ਹੁਣ ਜਨ ਅੰਦੋਲਨ ਬਣ ਚੁੱਕਾ ਹੈ। ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਹਰ ਵਰਗ ਦੇ ਇੱਥੇ ਲੋਕ ਤੁਹਾਨੂੰ ਮਿਲਦੇ ਨੇ ਚਾਹੇ ਹਿੰਦੂ ਆ ਮੁਸਲਮਾਨ ਆ ਸਿੱਖ ਈਸਾਈ ਆ ਚਾਹੇ ਕੋਈ ਡਾਕਟਰ ਇੰਜੀਨੀਅਰ ਵਕੀਲ ਆ ਸਾਰੇ ਤਰ੍ਹਾਂ ਦੇ ਲੋਕ ਇਸ ਪ੍ਰੋਟੈਸਟ ਦਾ ਹਿੱਸਾ ਨੇ। ਸੋ ਇਹ ਆਵਾਮ ਦੀ ਜਿਹੜੀ ਆਵਾਜ਼ ਬਣ ਚੁੱਕਿਆ ਹੈ ਅੰਦੋਲਨ ਕੱਲਾ ਇੱਕ ਬੰਦੇ ਦੇ ਇੱਕ ਵਰਗ ਦੀ ਗੱਲ ਨਹੀਂ ਰਹਿ ਗਈ। ਸੋ ਇਹ ਸੰਘਰਸ਼ ਜਿਹੜਾ ਇਹ ਸਭ ਦਾ ਸੰਘਰਸ਼ ਬਣ ਚੁੱਕਾ ਹੈ। ਅਸੀਂ ਤੁਹਾਨੂੰ ਅੱਜ ਇਸ ਅੰਦੋਲਨ ਦੇ ਵਿੱਚ ਦੇਖ ਰਹੇ ਹਾਂ ਹਾਲਾਂਕਿ ਤੁਸੀਂ ਦੇਖੋ ਕਿ 28 ਦਿਨ ਹੋ ਚੁੱਕੇ ਨੇ ਇਸ ਅੰਦੋਲਨ ਨੂੰ ਸ਼ੁਰੂ ਹੋਏ ਨੂੰ ਕੀ ਕਾਰਨ ਬਣਿਆ ਕਿ ਤੁਸੀਂ ਇੰਨੇ ਲੇਟ ਹੋ ਗਏ? ਪਰਿਵਾਰਕ ਥੋੜਾ ਰੁਝੇਵੇਂ ਸੀ ਮਜਬੂਰੀ ਸੀ ਥੋੜੀ ਤੇ ਪਾਪਾ ਹੁਣਾਂ ਦੇ ਕਿਉਂਕਿ ਉਹਨਾਂ ਦੇ ਦਿਨ ਰਾਤ ਇਦਾਂ ਦੇ ਪ੍ਰੋਗਰਾਮ ਚੱਲ ਰਹੇ ਆ। ਸੋ ਮੇਰੀ ਇਹ ਇੱਛਾ ਸੀ ਦਿਲੀ ਇੱਛਾ ਸੀ ਕਿ ਮੈਂ ਕਲਾਕਾਰ ਬਣ ਕੇ ਨਹੀਂ ਜਾਣਾ ਮੈਂ ਜੋਗੀ ਸਾਹਿਬ ਦੀ ਦੋਤੀ ਬਣ ਕੇ ਹੀ ਜਾਣਾ ਇਸ ਅੰਦੋਲਨ 'ਚ ਕਿਉਂਕਿ ਉਹਨਾਂ ਦਾ ਹਰ ਵਾਰੀ ਜਦੋਂ ਵੀ ਕੋਈ ਦੇਸ਼ ਲਈ ਚਾਹੇ ਪੰਜਾਬੀ ਸੂਬੇ ਦੀਆਂ ਜੇਲ੍ਹਾਂ ਵੀ ਉਹਨਾਂ ਨੇ ਕੱਟੀਆਂ ਜਦੋਂ ਵੀ ਕੋਈ ਸੰਘਰਸ਼ ਸੀ ਉਹਨਾਂ ਨੇ ਵੱਧ ਚੜ੍ਹ ਕੇ ਰੋਲ ਅਦਾ ਕੀਤਾ ਤੇ ਮੇਰੀ ਇਹੀ ਕੋਸ਼ਿਸ਼ ਸੀ ਕਿ ਮੈਂ ਆਪਣੇ ਪਾਪਾ ਹੁਣਾਂ ਦੇ ਪੂਰੇ ਜਥੇ ਨਾਲ ਮੈਂ ਆਪਣੇ ਪੂਰੇ ਪਰਿਵਾਰ ਨਾਲ ਇੱਥੇ ਸ਼ਿਰਕਤ ਕਰਾਂ। ਸੋ ਮੈਂ ਆਈ ਹਾਂ ਇਸੇ ਕਰਕੇ। ਉਹਨਾਂ ਦੀਆਂ ਅੱਜ ਵੀ ਕਵਿਸ਼ਰੀਆਂ ਜਿਹੜੀਆਂ ਕਿ ਕਈ ਲੋਕਾਂ ਦੀ ਜ਼ੁਬਾਨ ਤੇ ਹੁੰਦੀਆਂ ਕਿ ਤੁਸੀਂ ਵੀ ਉਹਨਾਂ ਦੇ ਦੋ ਸਤਰਾਂ ਬੋਲ ਸਕਦੇ ਹੋ। ਬਿਲਕੁਲ ਮੈਨੂੰ ਉਹਨਾਂ ਦੇ ਸਾਰੇ ਹੀ ਗੀਤ ਜਿਹੜੇ ਆ ਉਹ ਬਹੁਤ ਵਧੀਆ ਲੱਗਦੇ ਆ। ਸੋ ਉਹ ਜਿਹੜਾ ਉਹ ਗਾਉਂਦੇ ਹੁੰਦੇ ਆ ਉਹ ਸ਼ਾਇਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਮੀਆਂ ਦੀ ਨਮਸਕਾਰ ਹੈ। ਸੋ ਮੈਨੂੰ ਉਹ ਉਹਨਾਂ ਦਾ ਬਹੁਤ ਵਧੀਆ ਲੱਗਦਾ ਗੀਤ ਸੋ ਮੈਂ ਉਹ ਸੁਣਦੀ ਹਾਂ ਜ਼ਿਆਦਾ। ਤੁਸੀਂ ਕੋਈ ਇਸ ਅੰਦੋਲਨ ਨੂੰ ਲੈ ਕੇ ਕਿਉਂਕਿ ਹਰ ਟਾਈਮ ਦੇਖਦੇ ਕਿ ਕਲਾਕਾਰ ਦੀ ਆਵਾਜ਼ ਬੁਲੰਦ ਕੀਤੀ ਆ ਇਸ ਕਿਸਾਨੀ ਅੰਦੋਲਨ ਨੇ ਤੇ ਲਗਾਤਾਰ ਇਸ ਅੰਦੋਲਨ ਨੂੰ ਇਸ ਕਿਸਾਨਾਂ ਦੇ ਦਰਦ ਨੂੰ ਇੱਕ ਗੀਤ ਦੇ ਜਿਹੜੇ ਰਾਹੀਂ ਪੇਸ਼ ਕੀਤਾ ਜਾਂਦਾ ਹਾਂਜੀ ਕੀਤਾ ਇਦਾਂ ਦਾ ਹਾਂਜੀ ਬਿਲਕੁਲ ਮੈਂ ਇੰਸਟਾਗ੍ਰਾਮ ਤੇ ਬਹੁਤ ਐਕਟਿਵ ਰਹੀ ਹਾਂ ਇਹਨਾਂ ਚੀਜ਼ਾਂ ਨੂੰ ਮੈਂ ਹਮੇਸ਼ਾ ਚਾਹੇ ਸਾਡੇ ਹੱਕਾਂ ਦੀ ਗੱਲ ਹੋਵੇ ਚਾਹੇ ਮੋਦੀ ਸਾਹਿਬ ਨੂੰ ਲਾਹਨਤਾਂ ਪਾਈਆਂ ਹੋਣ ਮੈਂ ਸਾਰੇ ਉਹ ਵੀਡੀਓਜ਼ ਹਮੇਸ਼ਾ ਆਪਣੇ ਇੰਸਟਾਗ੍ਰਾਮ ਤੇ ਨਾਲ ਸ਼ੇਅਰ ਕਰਦੀ ਰਹੀ ਹਾਂ। ਸੋ ਮੈਂ ਇਹ ਕਰਦੀ ਰਹੂੰਗੀ ਅੱਗੋਂ ਜਦ ਤੱਕ ਸਾਡੀ ਆਵਾਜ਼ ਮੋਦੀ ਸਾਹਿਬ ਤੱਕ ਨਹੀਂ ਪਹੁੰਚਦੀ ਅਸੀਂ ਤਾਂ ਆਪਣਾ ਕੰਮ ਕਰਦੇ ਰਹਾਂਗੇ। ਤੁਸੀਂ ਅਡਾਨੀ ਆਕਾ ਦੀ ਇੱਕ ਇਦਾਂ ਦਾ ਇੱਕ ਗੀਤ ਹੈ ਜਿਹੜਾ ਤੁਸੀਂ ਗਾਇਆ ਹਾਂਜੀ ਹਾਂਜੀ ਬਿਲਕੁਲ ਜ਼ਰੂਰ ਸਾਡੇ ਚੈਨਲ ਦੇ ਮਾਧਿਅਮ ਨਾਲ ਸ਼ੇਅਰ ਕਰੋ। ਹਾਂਜੀ ਹੋ ਮੇਰੀ पेश कोई ना जावे की करा अंबानी आका जी हो नित चिंता वड वड खावे की करा अंबानी आका जी राती सुत्या नींद नहीं आउंदी राती सुत्या नींद नहीं आउंदी हर दम चिंता रहे सताउंदी हर दम चिंता रहे सताउंदी ओ सोचिया कीते की हो गया सोचिया कीते की हो गया समझ कोई ना आवे की करा अंबानी आका जी। क्या बात है ਅਸੀਂ ਦੇਖਿਆ ਕਿ ਲਗਾਤਾਰ ਇਸ ਅੰਦੋਲਨ ਨੂੰ ਵੱਧ ਤੋਂ ਵੱਧ ਸਹਿਯੋਗ ਮੇਰੇ ਪਰ ਲਗਾਤਾਰ ਟਿੱਪਣੀਆਂ ਵੀ ਇਸ ਅੰਦੋਲਨ ਤੇ ਕੀਤੀਆਂ ਜਾਂਦੀਆਂ ਨੇ। ਆਰਐਸਐਸ ਦੇ ਏਜੰਡੇ ਦੇ ਥੱਲੇ ਇਹ ਕੇਂਦਰ ਸਰਕਾਰ ਚੱਲ ਰਹੀ ਹੈ ਤੇ ਇੱਥੇ ਆਰਐਸਐਸ ਦੇ ਲਗਾਤਾਰ ਜਿਹੜੇ ਕਿ ਵਿਅਕਤੀ ਆ ਉਹ ਫੜੇ ਜਾਂਦੇ ਨੇ। ਬਿਲਕੁਲ ਤੁਸੀਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਕਿਸਾਨਾਂ 'ਚ ਵੀ ਗਲਤ ਅੰਸਰ ਵਾੜ ਕੇ ਉਹਨਾਂ ਨੂੰ ਵੀ ਤੁਸੀਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਜਿਹੜੇ ਆਰਐਸਐਸ ਵੀ ਤੁਸੀਂ ਗੱਲ ਕੀਤੀ ਪਰ ਸਾਡਾ ਫਿਰ ਵੀ ਪੀਸਫੁਲ ਤਰੀਕੇ ਨਾਲ ਇੱਕ ਪ੍ਰੋਟੈਸਟ ਚੱਲ ਰਿਹਾ ਅਸੀਂ ਇਹ ਸਾਰੀਆਂ ਚਾਲਾਂ ਨੂੰ ਸਮਝਦੇ ਹਾਂ ਸੂਝਵਾਨ
ਸਾਰੇ ਇੱਥੇ ਕਿਸਾਨ ਨੇ, ਕੋਈ ਇੱਥੇ ਅਨਪੜ੍ਹ ਨਹੀਂ ਹੈਗਾ, ਸਭ ਨੂੰ ਪ੍ਰੋਪਰ ਸਮਝ ਆ ਇਹਨਾਂ ਦੀਆਂ ਕੂਟਨੀਤੀਆਂ ਦੀ। ਸੋ ਅਸੀਂ ਫਿਰ ਵੀ ਪੀਸਫੁਲ ਤਰੀਕੇ ਨਾਲ ਇਹ ਪ੍ਰੋਟੈਸਟ ਕੈਰੀ ਔਨ ਕਰ ਰਹੇ ਹਾਂ, ਸੋ ਕਰਦੇ ਰਹਾਂਗੇ। ਸੋਨੀ ਜੀ, ਤੁਸੀਂ ਦੇਖਿਆ ਹੋਣਾ ਕਿ ਚਾਹੇ ਉਸ ਸ਼ਰਾਰਤੀ ਅੰਸਰ ਛੱਡੇ ਜਾਣ, ਚਾਹੇ ਗੁੰਡੇ ਛੱਡੇ ਜਾਣ, ਪਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਲੰਗਰ ਇੱਥੇ ਚੱਲ ਰਿਹਾ ਉਹ ਵੀ ਇੱਥੋਂ ਪ੍ਰਭਾਵਿਤ ਹੈ ਕਿ ਲੰਗਰ ਛਕ ਕੇ ਜਾ ਰਿਹਾ। ਬਿਲਕੁਲ ਜੀ, ਮੈਂ ਉਹੀ ਗੱਲ ਕਰ ਰਹੀ ਹਾਂ ਕਿ ਸਾਡਾ ਜਿਹੜਾ ਲੰਗਰ ਆ 20 ਰੁਪਏ ਦਾ ਬਾਬਾ ਜੀ ਨੇ ਲਾਇਆ ਸੀ, ਗੁਰੂ ਨਾਨਕ ਦੇਵ ਜੀ ਨੇ, ਤੇ ਅੱਜ ਤੱਕ ਹੀ ਉਹ ਚੱਲੀ ਜਾ ਰਿਹਾ। ਔਰ ਉਹ ਸਾਡਾ ਲੰਗਰ, ਸਾਡੇ ਲੰਗਰ ਦੀ ਵਿਸ਼ੇਸ਼ਤਾ ਹੈ, ਭਾਵੇਂ ਇੱਥੇ ਕੋਈ ਪਾਪੀ ਆ ਜਾਏ, ਭਾਵੇਂ ਪੁੰਨੀ ਆ ਜਾਏ, ਭਾਵੇਂ ਕੋਈ ਧਰਮੀ ਆ ਜਾਏ, ਭਾਵੇਂ ਕਪਟੀ ਆ ਜਾਏ, ਗੁਰੂ ਨਾਨਕ ਦਾ ਲੰਗਰ ਸਭ ਲਈ ਸਾਂਝਾ। ਸਾਡੇ ਅਸੂਲ ਭਾਈ ਕਨਈਏ ਵਾਲੇ ਨੇ ਕਿ ਅਸੀਂ ਤੇ ਦੁਸ਼ਮਣ ਨੂੰ ਵੀ ਫੱਟੜ ਹੋਏ ਨੂੰ ਪਾਣੀ ਪਿਆਈਦਾ। ਸੋ ਸਾਡੇ ਤੋਂ ਉਹੀ ਅਸੂਲ ਰਹਿਣਗੇ, ਚਾਹੇ ਇੱਥੇ ਕੋਈ ਸਾਡੇ ਤੇ ਧੱਕਾ ਕਰਦਾ ਅਸੀਂ ਤਾਂ ਉਹਨੂੰ ਵੀ ਲੰਗਰ ਛਕਾ ਕੇ ਭੇਜੀਦਾ। ਸਾਡੇ ਤਾਂ ਲੰਗਰ ਦੀ ਪ੍ਰਧਾਨਤਾ ਹੀ ਇਹ ਹੈ। ਪਰ ਤੁਸੀਂ ਕੀ ਕਹੋਗੇ ਕਿ ਅੱਜ ਮਾਤਾਵਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਸਮੇਤ ਇੱਥੇ ਆ ਰਹੇ ਨੇ, ਬਜ਼ੁਰਗ ਮਾਤਾਵਾਂ ਵੀ ਇੱਥੇ ਬੈਠੀਆਂ ਹੋਈਆਂ ਨੇ, ਪਰ ਕਿਤੇ ਨਾ ਕਿਤੇ ਹਾਲੀਵੁੱਡ ਜਿਹੜੇ ਐਕਟਰ ਹੈਗੇ ਉਹਨਾਂ ਵੱਲੋਂ ਲਗਾਤਾਰ ਟਵੀਟ ਜਿਹੜੀ ਕੀਤੀ ਜਾਂਦੀ ਹੈ ਕਿ ਇਹ ਵਿਕੇ ਹੋਏ ਨੇ, ਉਹ ਕਿਸਾਨ ਬੇਲੇ ਨੇ ਜਿਹੜੇ ਕਿ ਗੁੰਮਰਾਹ ਕੀਤੇ ਗਏ। ਮੈਂ ਇਹ ਕਹੂੰਗੀ ਕਿ ਗੁੰਮਰਾਹ ਤਾਂ ਤੁਸੀਂ ਕਰ ਰਹੇ ਹੋ ਐਵੇਂ ਦੇ ਬਿਨਾਂ ਕਿਸੇ ਨੌਲੇਜ ਦੇ। ਤੁਸੀਂ ਇੱਕ ਬੀਜੇਪੀ ਦੇ, ਤੁਸੀਂ ਸਰਕਾਰ ਦੇ ਪਿਆਦੇ ਛੱਡੇ ਹੋਏ ਆ ਸਰਕਾਰ ਨੇ, ਜਿਹੜੇ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਆ। ਇੱਥੇ ਬਹੁਤ ਸਾਰੇ ਨੈਸ਼ਨਲ ਮੀਡੀਆ ਦੇ ਵੀ ਵਿਕਾਊ ਜਿਹੜੇ ਚੈਨਲ ਆ ਨੈਸ਼ਨਲ ਮੀਡੀਆ ਦੇ, ਮੈਂ ਕਹੂੰਗੀ ਮੋਦੀ ਸਰਕਾਰ ਨੇ ਗੋਦ ਲਏ ਜਿਹੜੇ ਮੀਡੀਆ, ਉਹ ਵੀ ਬਹੁਤ ਕੁਝ ਝੂਠ ਸੱਚ ਬਣਾ ਕੇ ਪੇਸ਼ ਕਰ ਰਹੇ ਆ। ਕੁਝ ਜਿਹੜੇ ਐਕਟਰਸ ਟਵੀਟ ਕਰ ਰਹੇ ਨੇ। ਤੁਸੀਂ ਪਹਿਲਾਂ ਆਪ ਸ਼ਰਮ ਨੂੰ ਹੱਥ ਮਾਰੋ, ਤੁਸੀਂ ਕਿਸ ਬੇਸਿਸ ਤੇ ਤੁਸੀਂ ਗੱਲ ਕਰ ਰਹੇ ਹੋ? ਜੇ ਤਾਂ ਸਾਡੇ ਕਿਸਾਨ ਜਿਨ੍ਹਾਂ ਕੰਗਨਾ ਰਣਾਵਤ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਦੇਸ਼ ਧਰੋਹੀ ਤੇ ਆਤੰਕਵਾਦੀ ਤੱਕ ਦੇ ਖਿਤਾਬ ਪੰਜਾਬੀਆਂ ਨੂੰ ਦੇ ਰਿਹਾ, ਜਦੋਂ ਤੇ ਅਸੀਂ ਆਪਣੇ ਦੇਸ਼ ਲਈ ਰਾਖੀ ਕਰਦੇ ਹਾਂ, ਜਦੋਂ ਸਰਹੱਦਾਂ ਤੇ ਲੜਦੇ ਹਾਂ, ਉਦੋਂ ਅਸੀਂ ਹੀਰੋ, ਅਸੀਂ ਉਦੋਂ ਸ਼ਹੀਦ ਹੋ ਜਾਂਦੇ ਹਾਂ। ਹੁਣ ਅਸੀਂ ਆਤੰਕਵਾਦੀ ਹਾਂ, ਆਪਣੇ ਹੱਕਾਂ ਲਈ ਲੜ ਰਹੇ ਹਾਂ। ਤੇ ਸਿਰਫ ਲਾਸਟ ਸਵਾਲ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਤੁਸੀਂ ਦੇਖਿਆ ਕਿ ਅੰਦੋਲਨ ਲਗਾਤਾਰ ਜਾਰੀ ਹੈ, ਪਰ ਅਜੇ ਵੀ ਟੇਬਲ ਟਾਕ ਤੇ ਗੱਲਬਾਤ ਚੱਲ ਰਹੀ ਸੀ, ਪਰ ਬਿੱਲਾਂ 'ਚ ਸੋਧ ਕਰਨ ਬਾਰੇ ਗੱਲ ਕੀਤੀ ਜਾਂਦੀ, ਪਰ ਰੱਦ ਕਰਨ ਬਾਰੇ ਗੱਲ ਨਹੀਂ। ਅਸੀਂ ਉਹੀ ਤੇ ਗੱਲ ਹੈ ਕਿ ਅਸੀਂ ਡਟੇ ਰਵਾਂਗੇ ਜਦ ਤੱਕ ਸਾਡੇ ਬਿੱਲ ਰੱਦ ਨਹੀਂ ਹੁੰਦੇ, ਕਿਉਂਕਿ ਇਹ 3 ਕਾਲੇ ਕਾਨੂੰਨ ਆ। ਅਸੀਂ ਇਹ ਸਹੀ ਨਹੀਂ ਹੈਗੇ, ਕਿਸਾਨਾਂ ਦੇ ਹੱਕ 'ਚ ਹੈ ਨਹੀਂ, ਇਹ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਆ। ਸਾਨੂੰ ਅਮੈਂਡਮੈਂਟਸ, ਸਾਨੂੰ ਸੋਧਾਂ ਨਹੀਂ ਚਾਹੀਦੀਆਂ, ਸਾਨੂੰ ਕਾਨੂੰਨ ਰੱਦ ਚਾਹੀਦੇ ਨੇ, ਬਸ। ਐਂਡ ਆਫ ਦਾ ਇਸ ਵਿੱਚ ਬੈਠੇ ਸੰਗਤਾਂ ਨੂੰ ਕੀ ਮੈਸੇਜ? ਬਸ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣੋ ਵੱਧ ਚੜ ਕੇ। ਸੋ ਬਹੁਤ ਵਧੀਆ ਲੱਗ ਰਿਹਾ, ਬਹੁਤ ਪੀਸਫੁਲ ਪ੍ਰੋਟੈਸਟ ਆ, ਤੇ ਮੈਂ ਮੁਤਾਸਿਰ ਹਾਂ ਵੀ ਇੰਨਾ ਇਕੱਠ ਜਿਹੜਾ ਠਾਠਾ ਮਾਰਦਾ, ਇੰਨਾ ਐਂਥੂਸੀਆਜ਼ਮ ਉਹਨਾਂ 'ਚ ਵਧੀਆ ਲੱਗ ਰਿਹਾ। ਧੰਨਵਾਦ ਜੀ। ਸੋ ਦਰਸ਼ਕੋ, ਇਹ ਸਨ ਜੋਨੀ ਜੋਹਲ ਜੀ, ਜਿਹੜੇ ਕਿ ਆਪਣੀ ਮਾਤਾ ਜੀ ਦੇ ਨਾਲ ਇੱਥੇ ਆਏ ਨੇ ਤੇ ਲਗਾਤਾਰ ਇਸ ਕਿਸਾਨੀ ਸੰਘਰਸ਼ ਦੇ ਵਿੱਚ ਡਟੇ ਹੋਏ ਨੇ। ਉਹਨਾਂ ਦਾ ਕਹਿਣਾ ਹੈਗਾ ਕਿ ਜਦ ਤੱਕ ਇਹ ਅੰਦੋਲਨ ਚੱਲੂਗਾ, ਮੈਂ ਇਸ ਅੰਦੋਲਨ ਦੇ ਨਾਲ ਚੱਲਾਂਗੀ। ਤਾਂ ਉਹਨਾਂ ਨੂੰ ਜਿਹੜੇ ਐਕਟਰ ਨੇ ਹਾਲੀਵੁੱਡ ਦੇ ਜਾਂ ਕੋਈ ਇਦਾਂ ਦੀਆਂ ਜਿਹੜੀਆਂ ਟਿੱਪਣੀਆਂ ਕਿਸਾਨੀ ਅੰਦੋਲਨ ਤੇ ਕੀਤੀਆਂ ਜਾਂਦੀਆਂ, ਉਹਨਾਂ ਨੂੰ ਮੂੰਹ ਤੋਂ ਜਵਾਬ ਦਿੰਦੇ ਰਵਾਂਗੇ। ਸੋ ਸੂਝਵਾਨ ਕਿਸਾਨ ਇੱਥੇ ਬੈਠੇ ਨੇ ਜਿਹੜੇ ਕਿ ਕਿਸਾਨੀ ਅੰਦੋਲਨ ਨੂੰ ਲਗਾਤਾਰ ਚੜ੍ਹਦੀ ਕਲਾ ਦੇ ਵਿੱਚ ਚਲਾ ਰਹੇ ਨੇ। ਸੋ ਬਣੇ ਰਹੋ ਟੌਪ ਟੀਵੀ ਕੈਨੇਡਾ ਨਾਲ। ਇਹਦੇ ਨਾਲ ਹੋਰ ਜੁੜੀਆਂ ਖਬਰਾਂ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।